ਅੱਜ ਬੱਚੇ ਅਸੀਂ ਸਟਾਰਟ ਕਰਨਾ ਹੈਗਾ ਪੋਲੀ ਐਂਬਰੀਓਨੀ। ਠੀਕ ਆ ਜੀ। ਪੋਲੀ ਐਂਬਰੀਓਨੀ ਮਤਲਬ ਪੋਲੀ ਦਾ ਮਤਲਬ ਬਹੁਤ ਜ਼ਿਆਦਾ, ਐਂਬਰੀਓਜ਼ ਮਤਲਬ ਜਿਹੜੀ ਜ਼ਾਈਗੋਟ ਤੋਂ ਬਾਅਦ ਤੁਹਾਨੂੰ ਦੱਸਿਆ ਸੀਗਾ ਵੀ ਇੱਕ ਸੈੱਲ ਤੋਂ ਦੋ ਬਣਦੇ ਆ, ਦੋ ਤੋਂ ਚਾਰ ਬਣਦੇ ਆ। ਠੀਕ ਆ, ਅੱਗੇ ਜਾ ਕੇ ਉਹ ਐਂਬਰੀਓ ਬਣ ਜਾਂਦਾ ਆ। ਸੋ ਪੋਲੀ ਦਾ ਮਤਲਬ ਜ਼ਿਆਦਾ, ਐਂਬਰੀਓਜ਼ ਮਤਲਬ ਬਹੁਤ ਜ਼ਿਆਦਾ ਐਂਬਰੀਓਜ਼ ਇੱਕੋ ਟਾਈਮ 'ਤੇ ਬਣਨੇ, ਉਹਨੂੰ ਅਸੀਂ ਬੋਲ ਦਿੰਦੇ ਹਾਂ ਪੋਲੀ ਐਂਬਰੀਓਨੀ। ਕਹਿੰਦਾ ਕੀ ਆ, ਪੋਲੀ ਐਂਬਰੀਓਨੀਜ਼ may be defined as occurrence of two or more embryos in one ovule। ਮਤਲਬ ਇੱਕ ਓਵਿਊਲ ਦੇ ਵਿੱਚ ਜ਼ਿਆਦਾ, ਦੋ ਤੋਂ ਜ਼ਿਆਦਾ ਐਂਬਰੀਓਜ਼ ਬਣਨੇ। ਤੁਸੀਂ ਦੇਖਿਆ ਹੋਣਾ, ਸੰਤਰਾ ਦੇਖਿਆ ਨਾ ਸਾਰਿਆਂ ਨੇ, ਉਹਦੇ ਵਿੱਚ ਦੇਖਿਆ ਤੁਸੀਂ ਫਾੜੀਆਂ ਬਣੀਆਂ ਹੁੰਦੀਆਂ, ਉਹਦੇ ਵਿੱਚ ਇਕੱਲੇ ਇਕੱਲੇ ਦੇ ਵਿੱਚ ਕਿੰਨੇ ਸਾਰੇ ਸੀਡ ਬਣੇ ਹੁੰਦੇ ਆ। ਸੋ ਦੇਖੋ ਕਿੰਨੀ ਪੋਲੀਨੇਸ਼ਨ ਹੋਈ ਹੋਣੀ, ਕਿੰਨੇ ਪੋਲਨ ਗ੍ਰੇਨਸ ਗਏ ਹੋਣੇ ਆ, ਇੱਕੋ ਹੀ ਓਵਿਊਲ ਦੇ ਵਿੱਚ ਕਿੰਨਾ ਕੁਝ ਬਣ ਗਿਆ ਹੈ ਨਾ। ਸੋ ਇਹ ਫਸਟ ਟਾਈਮ ਲੀਵਨਹੌਕ ਨੇ ਦੇਖੀ ਸੀਗੀ। ਪੋਲੀ ਐਂਬਰੀਓਨੀ ਮਤਲਬ ਜ਼ਿਆਦਾ ਐਂਬਰੀਓਜ਼ ਬਣਨੇ। ਠੀਕ ਆ, ਇਹਦੀਆਂ ਟਾਈਪਸ ਤੁਸੀਂ ਦੇਖ ਲਿਓ, ਇਹ ਕਿਤੇ ਕਿਤੇ ਕੁਐਸਚਨ ਆ ਜਾਂਦਾ ਹੁੰਦਾ ਆ, ਕਿਹੜੀ ਕਿਹੜੀ ਟਰੂ ਆ ਪੋਲੀ ਐਂਬਰੀਓਨੀਜ਼, ਕਿਹੜੀ ਕਿਹੜੀ ਹੁੰਦੀ ਹੈ। ਫਸਟ ਵਨ ਹੁੰਦੀ ਹੈ ਕਲੀਵੇਜ ਪੋਲੀ ਐਂਬਰੀਓਨੀ। ਕਲੀਵੇਜ ਪੋਲੀ ਐਂਬਰੀਓਨੀ ਕੀ ਹੁੰਦੀ ਹੈ ਵੀ ਜਿਹਦੇ ਵਿੱਚ ਕਲੀਵੇਜ ਫਾਰਮੇਸ਼ਨ, ਜਾਈਗੋਟ ਮਤਲਬ ਜਿਹੜੀਆਂ ਅਰਲੀ ਸਟੇਜਸ ਆਫ ਡਿਵੈਲਪਮੈਂਟ ਆ ਨਾ, ਉਹਨੂੰ ਅਸੀਂ ਕਲੀਵੇਜ ਬੋਲਦੇ ਹਾਂ। ਜਦੋਂ ਜਾਈਗੋਟ ਬਣਦਾ ਆ, ਜਾਈਗੋਟ ਤੋਂ ਬਾਅਦ ਉਹ ਟੁੱਟਦਾ, ਹੌਲੀ ਹੌਲੀ ਸੈੱਲ ਬਣਦੇ ਆ ਹੈ ਨਾ, ਸੈੱਲ ਟੁੱਟਦੇ ਆ, ਫਿਰ ਕਲੀਵੇਜ ਬਣਦਾ, ਕਲੀਵੇਜ ਤੋਂ ਬਾਅਦ ਜਾ ਕੇ ਉਹ ਐਂਬਰੀਓਜ਼ ਬਣਦਾ। ਸੋ ਜਿਹੜੀ ਕਲੀਵੇਜ ਦੁਆਰਾ ਪੋਲੀ ਐਂਬਰੀਓਨੀ ਬਣਦੀ ਉਹਨੂੰ ਕਲੀਵੇਜ ਬੋਲਾਂਗੇ। ਦੈਨ ਉਸ ਤੋਂ ਬਾਅਦ ਇਹਦੀਆਂ ਵਿੱਚ ਐਗਜ਼ਾਮਪਲਸ ਬਸ ਕਰ ਲੈਣੀਆਂ ਆ, ਕਿਹਦੇ ਕਿਹਦੇ ਵਿੱਚ ਹੁੰਦੀਆਂ ਇਹ। ਠੀਕ ਆ, ਉਸ ਤੋਂ ਬਾਅਦ ਐਂਬਰੀਓਜ਼ ਫਰੋਮ ਸੈੱਲ ਆਫ ਐਂਬਰੀਓ ਸੈਕ ਅਦਰ ਦੈਨ ਐਗ। ਠੀਕ ਹੈ ਜੀ, ਮਤਲਬ ਸਿੰਪਲ ਜੀ ਤੁਸੀਂ ਯਾਦ ਰੱਖਣੀ ਵੀ ਦੇਖੋ ਅਸੀਂ ਕਿੰਨੇ ਸਾਰੇ, ਜਦੋਂ ਐਂਬਰੀਓਜ਼ ਬਣਨ ਤੋਂ ਪਹਿਲਾਂ ਕਿੰਨੇ ਸਾਰੇ ਉਹਨਾਂ ਦੇ ਪਾਰਟ ਕੀਤੇ, ਪਿਸਟਲ ਦੇ ਪਾਰਟ ਕੀਤੇ ਹੈ ਨਾ, ਉਹਨਾਂ ਦੀ ਮੇਲ ਗੈਮੀਟੋਫਾਈਟ ਕੀਤਾ, ਫੀਮੇਲ ਗੈਮੀਟੋਫਾਈਟ ਕੀਤਾ, ਉਹਦੇ ਵਿੱਚ ਉਹਦੇ ਇਕੱਲੇ ਇਕੱਲੇ ਪਾਰਟਸ ਨੂੰ ਪੜ੍ਹਿਆ ਅਸੀਂ, ਫਲਾਵਰ ਦੇ ਪਾਰਟਸ ਨੂੰ ਪੜ੍ਹਿਆ। ਸੋ ਉਹ ਕੋਈ ਵੀ ਪਾਰਟ, ਫਲਾਵਰ ਦਾ ਕੋਈ ਵੀ ਹਿੱਸਾ ਬੱਚੇ ਇਸ ਚੀਜ਼ ਨੂੰ ਬਣਾ ਸਕਦਾ ਆ, ਐਂਬਰੀਓਜ਼ ਬਣਾ ਸਕਦਾ ਆ। ਕਹਿੰਦਾ ਐਂਬਰੀਓਜ਼ ਫਰੋਮ ਸੈੱਲ ਆਫ ਐਂਬਰੀਓ ਸੈਕ ਅਦਰ ਦੈਨ ਐਗ। ਠੀਕ ਹੈ ਜੀ, ਕਿਸੇ ਟਾਈਮ ਕਹਿੰਦਾ ਐਂਬਰੀਓ ਸੈਕ ਜਿਹਦੇ ਵਿੱਚ ਐਗ ਪਿਆ ਆ ਉਹਨੂੰ ਅਸੀਂ ਐਂਬਰੀਓ ਸੈਕ ਬੋਲਦੇ ਹਾਂ। ਠੀਕ ਹੈ ਜੀ, ਜ਼ਰੂਰੀ ਨਹੀਂ ਵੀ ਐਗ ਨਹੀਂ, ਕਹਿੰਦਾ ਐਂਬਰੀਓ ਬਣਾਉਣਾ ਆ। ਸੋ ਕਹਿੰਦਾ ਦੀ ਐਂਬਰੀਓ ਮੇ ਅਪੀਅਰ ਫਰੋਮ ਸਿਨਰਿਡਸ, ਪਤਾ ਦੇਖੇ ਸੀ ਤੁਹਾਨੂੰ ਦੱਸੇ ਹੋਏ ਆ, ਐਂਡ ਐਂਟੀਪੋਡਲ ਸੈੱਲ ਆਫ ਦੀ ਐਂਬਰੀਓ ਇਨ ਦੀ ਐਂਬਰੀਓ ਸੈਕ। ਠੀਕ ਹੈ ਜੀ, ਜਿੰਨੇ ਵੀ ਅਸੀਂ ਹਿੱਸੇ ਕੀਤੇ ਉਹ ਕੋਈ ਵੀ ਐਂਬਰੀਓ ਫਾਰਮੇਸ਼ਨ ਕਰ ਸਕਦਾ ਆ। ਸੋ ਉਹੀ ਉਹਨਾਂ ਦੀਆਂ ਟਾਈਪਸ ਦੱਸੀਆਂ ਹੋਈਆਂ ਆ, ਐਂਬਰੀਓ ਫਰੋਮ ਸੈੱਲ ਆਫ ਐਂਬਰੀਓ ਸੈਕ। ਸੈਕੰਡ ਥਰਡ ਵਨ ਕੀ ਸੀ, ਐਂਬਰੀਓਜ਼ ਅਰਾਈਜ਼ਿੰਗ ਫਰੋਮ ਦੀ ਸੈੱਲ ਆਊਟਸਾਈਡ ਐਂਬਰੀਓ ਸੈਕ। ਠੀਕ ਹੈ ਜੀ, ਕਿਸੇ ਟਾਈਮ ਕਹਿੰਦਾ ਕੀ ਆ, ਜਿਹੜੇ ਆਊਟਸਾਈਡ ਸੈੱਲ ਆ ਜਿਹੜੇ ਉਹ ਕਿਤੇ ਕਿਤੇ ਐਂਬਰੀਓ ਅਰਾਈਜ਼ ਕਰਾ ਸਕਦੇ ਆ ਹੈ ਨਾ। ਅਤੇ ਇਹਦੀ ਐਗਜ਼ਾਮਪਲਸ ਤੁਸੀਂ ਕਰ ਲੈਣੀ ਆ, ਸਿਟਰਸ ਦੇ ਵਿੱਚ ਇਹਦੀ ਐਗਜ਼ਾਮਪਲ ਆਉਂਦੀ ਹੈ। ਉਸ ਤੋਂ ਬਾਅਦ ਫੋਰਥ ਨੰਬਰ 'ਤੇ ਕੀ ਹੈ, ਐਂਬਰੀਓਜ਼ ਫਰੋਮ ਐਂਡੋਸਪਰਮ। ਠੀਕ ਹੈ ਜੀ, ਐਂਬਰੀਓਜ਼ ਕਹਿੰਦਾ ਐਂਡੋਸਪਰਮ ਤੋਂ ਵੀ ਬਣ ਸਕਦੇ ਆ। ਸੋ ਐਂਬਰੀਓਜ਼ ਪਤਾ ਹੀ ਹੈ ਤੁਹਾਨੂੰ ਕੀ ਹੁੰਦਾ ਆ। ਪੋਲੀ ਐਂਬਰੀਓਨੀ ਮਤਲਬ ਇੱਕੋ ਹੀ ਓਵਿਊਲਸ ਦੇ ਵਿੱਚ ਬਹੁਤ ਸਾਰੇ ਜ਼ਿਆਦਾ ਐਂਬਰੀਓਜ਼ ਫਾਰਮੇਸ਼ਨ ਹੋ ਜਾਣੀ, ਉਹਨੂੰ ਅਸੀਂ ਪੋਲੀ ਐਂਬਰੀਓਨੀ ਬੋਲਦੇ ਹਾਂ। ਅਤੇ ਉਹ ਪੋਲੀ ਐਂਬਰੀਓਨੀ ਦੀਆਂ ਟਾਈਪਸ ਅਸੀਂ ਪੜ੍ਹੀਆਂ, ਡਿਫਰੈਂਟ ਹਿੱਸੇ ਦੇ ਵਿੱਚ ਹੋ ਸਕਦੀਆਂ, ਉਹਦੇ ਹਿੱਸਿਆਂ ਦੇ ਹਿਸਾਬ ਦੇ ਨਾਲ ਉਹਨੂੰ ਅਸੀਂ ਡਿਫਰੈਂਟ ਪਾਰਟਸ ਦੇ ਵਿੱਚ ਵੰਡਿਆ ਹੋਇਆ। ਪੋਲਨ ਪਿਸਟਲ ਇੰਟਰੈਕਸ਼ਨ ਜਿਹੜੀ ਮੈਂ ਤੁਹਾਨੂੰ ਦੱਸੇ ਦਿੱਤੀ ਸੀਗੀ ਹੈ ਨਾ। ਇਹਦੇ ਵਿੱਚ ਕੀ ਆ, ਸਾਨੂੰ ਪਤਾ ਹੈ ਵੀ ਪੋਲਨਸ ਕੀ ਆ, ਮੇਲ ਪਾਰਟ ਜਿਹੜਾ ਨਾ, ਉਸ ਤੋਂ ਬਾਅਦ ਪਿਸਟਲ ਕੀ ਹੈ, ਫੀਮੇਲ ਪਾਰਟ। ਸੋ ਇਹਨਾਂ ਦੇ ਵਿੱਚ ਇੰਟਰੈਕਸ਼ਨ ਹੁੰਦੀ, ਇਹ ਨਹੀਂ ਵੀ ਕੋਈ ਫੋਰਨ ਪਾਰਟੀਕਲਸ ਆ ਕੇ ਉੱਦਾਂ ਹੀ ਪਿਸਟਲ ਦੇ ਉੱਪਰ ਅਟੈਚ ਹੋ ਗਿਆ ਤਾਂ ਉਹਨਾਂ ਦੀ ਫਰਟੀਲਾਈਜੇਸ਼ਨ ਹੋ ਗਈ, ਨਹੀਂ ਇੱਦਾਂ ਨਹੀਂ ਹੁੰਦਾ। ਪੋਲਨਸ ਦੀ ਅਤੇ ਪਿਸਟਲ ਦੀ ਇੱਕ ਇੰਟਰੈਕਸ਼ਨ ਹੁੰਦੀ ਆ। ਜਿਹੜੇ ਸਟਿਗਮਾ ਆ ਉਹ ਕੋਈ ਕੈਮੀਕਲ ਰਿਲੀਜ਼ ਕਰਦਾ ਆ, ਕੈਮੀਕਲ ਰਿਲੀਜ਼ ਕਰਨ ਤੋਂ ਬਾਅਦ ਜਿਹੜੇ ਪੋਲਨ ਗ੍ਰੇਨਸ ਆ, ਜਿਸ ਤਰ੍ਹਾਂ ਇਸ ਤਰ੍ਹਾਂ ਮੈਂ ਬਣਾਇਆ ਸੀ, ਮੰਨ ਲਓ ਆ ਮੇਰੇ ਕੋਲ ਆਹ ਸਟਿਗਮਾ ਆ। ਠੀਕ ਆ, ਇੱਥੇ ਸਟਿਗਮਾ 'ਤੇ ਆ ਕੇ ਪੋਲਨ ਗ੍ਰੇਨਸ ਜਿਹੜੇ ਉਹ ਡਿੱਗਦੇ ਆ। ਠੀਕ ਆ, ਫਿਰ ਹੁਣ ਇਹ ਜ਼ਰੂਰੀ ਥੋੜ੍ਹਾ ਵੀ ਇੱਕੋ ਤਰ੍ਹਾਂ ਦੇ ਪੋਲਨ ਗ੍ਰੇਨਸ ਇੱਥੇ ਡਿੱਗੇ ਆ ਕੇ। ਠੀਕ ਆ, ਕੋਈ ਹੋਰ ਵੀ ਹੋ ਸਕਦੇ, ਕਿਸੇ ਹੋਰ ਫਲਾਵਰ ਦੇ ਵੀ ਹੋ ਸਕਦੇ ਆ। ਇੱਥੇ ਉਹ ਪੋਲਨ ਗ੍ਰੇਨਸ ਜਿਹੜੇ ਉਹ ਜੱਜ ਕੀਤੇ ਜਾਂਦੇ, ਮਤਲਬ ਉਹਨਾਂ ਦੀ ਪੂਰੀ ਚੈਕਿੰਗ ਹੁੰਦੀ ਇੱਥੇ। ਠੀਕ ਆ, ਜਿਹੜਾ ਵਧੀਆ ਹੋਏਗਾ, ਜਿਹੜਾ ਉਹਨੂੰ ਸੂਟੇਬਲ ਲੱਗੇਗਾ ਸਟਿਗਮਾ ਨੂੰ ਵੀ ਹਾਂ ਇਹ ਇਹਦੇ ਫੇਵਰ 'ਚ ਆ, ਉਹਨੂੰ ਉਹਦੀ ਪੋਲਨ ਟਿਊਬ ਜਿਹੜੀ ਉਹ ਬਣਾਉਣੀ ਸ਼ੁਰੂ ਕਰ ਦੂਗਾ। ਠੀਕ ਹੈ ਜੀ, ਪੋਲਨ ਟਿਊਬ ਦੁਆਰਾ ਜਿਹੜੇ ਮੇਲ ਗੈਮੀਟੋਫਾਈਟ ਜਿਹੜੇ ਉਹ ਟਰਾਂਸਫਰ ਹੋ ਜਾਣੇ ਆ ਐਗ ਦੇ ਕੋਲ। ਠੀਕ ਆ, ਇਹ ਇਸ ਤਰ੍ਹਾਂ ਇਹ ਸਾਰੇ ਪ੍ਰੋਸੈਸ ਨੂੰ ਅਸੀਂ ਬੋਲਦੇ ਹਾਂ ਪੋਲਨ ਪਿਸਟਲ ਇੰਟਰੈਕਸ਼ਨ। ਠੀਕ ਹੈ ਜੀ, ਸਾਰਾ ਕੁਛ ਜਿੰਨਾ ਕੁਛ ਵੀ ਇਹਦੇ ਵਿੱਚ ਲਿਖਿਆ ਹੋਇਆ ਆ, ਇਹ ਮੈਂ ਤੁਹਾਨੂੰ ਇਹਦੀ ਫੋਟੋ ਭੇਜ ਦਿੰਦਾ ਆ।
ठीक है, ये तुसीं पढ़ लेना, याद कर लेना, बाकी होर कुछ नहीं ये सिंपल इन्ना याद रखना भी पॉलन पिस्टल इंट्रैक्शन की है भी स्टिगमा के उपर पॉलन ग्रेन्स जिहड़े उपर डिगदे आ उहदे उपर लिक्विड हुंदा आ, लिक्विड दे नाल उही वाला चिपकदा आ जिन्होंने उन्हें एक्सैप्ट करना है। ठीक है, उन्होंने नरिशमेंट देनी शुरू कर दिंदा है, नरिशमेंट मिल गई स्टिगमा के उपर डिग के पॉलन ग्रेन्स नूं उहदी पॉलन ट्यूब बननी शुरू हो जानी है। ठीक है, अदरवाइज होर पॉलन ग्रेन्स उहदे विच नहीं ऐड होऊगा। बाकी मैं पार्थीनोजेनेसिस असी पिछले चैप्टर दे विच कीती भी सी ना, की सीगा पार्थीनोजेनेसिस कहंदा की है इज़ द फॉर्मेशन ऑफ एंब्रीओ डायरैक्टली फ्रॉम एग सैल और अ मेल गैमीट। ठीक है, मतलब सीधा डायरैक्टली एग सैल तो डिवेलप हो जाना, उन्होंने असी उस प्रोसैस नूं असी बोलते हैं पार्थीनोजेनेसिस। तुसीं सिंपल याद कर लेनी, डेफिनेशन याद कर लेनी है। ठीक है, मेन जिहड़े पॉइंट आ तुहानूं मैं दस देने, इहदी जस्ट डेफिनेशन याद कर लेनी है। ठीक है, अगे हैगा बच्चे साडा पार्थीनोकार्पी। ठीक है जी, पार्थीनोजेनेसिस असी कीता सीगा ते अगे साडा एक ये टॉपिक ते आ जांदा हुंदा है पार्थीनोकार्पी की हुंदा है। ठीक है, पार्थीनोकार्पी ये फ्रूट फॉर्मेशन दे विच हुंदी है। ठीक है, देखो असी की कीता सी हाँ मान लो मेरे को हैगा आ इस तरह मैं बनाई सी स्टिगमा। ठीक है जी, स्टिगमा दे विच इत्थे पिया सीगा साडा एग। ठीक है जी, तो ये हैगी साडी ओवरी, पार्ट तो तुहानूं पता ही है ना ओवरी, ये की है साडा अव्यूल है ना। हुण ये हैगा साडा अव्यूल। अच्छा, जदों ओवरी ये जिहड़ी ओवरी आ इहने जदों फूड स्टोर कीता तां ओह की बनूगा साडा फ्रूट। ये सिंपल यही याद रखना, कोई भी फर्टिलाइजेशन हुंदी आ ओवरी ने जदों फूड स्टोर कर लिया तां दैन की बनूगा वो साडा फ्रूट। जे अव्यूल ने फूड स्टोर कर लिया तां दैन वो की बनूगा साडा सीड। ये याद रखना बच्चा। ठीक है जी, फ्रूट की है, फ्रूट इज़ दी राइपनड ओवरी। फ्रूट इज़ दी राइपनड ovary, then seed is the ripened ovule। ठीक है जी, सो सीड इज़ दी राइपनड ओव्यूल। ठीक है जी, ये हैगा साडी ओवरी। ये याद रखना बच्चे, टर्म्स बहुत आनियां अगे तुहानूं। ठीक है, अगे सीड ते फ्रूट बारे असीं चंगी तरह पढ़ना है। ठीक है, सो जदों फर्टिलाइजेशन होनी है, हुण देखो जदों फर्टिलाइजेशन हुई तां ही फ्रूट बनिया, जदों फर्टिलाइजेशन हुई तां ही सीड बनिया। बट पार्थीनोकार्पी दे विच की आ, पार्थीनोकार्पी दे विच कहंदा की आ, कहंदा दी फ्रूट इज़ नॉर्मली फॉर्मड बाई स्टिमुलस ऑफ फर्टिलाइजेशन। नॉर्मली फ्रूट कहंदा किद्दां बनदे आ फर्टिलाइजेशन द्वारा। बट इस केस दे विच कहंदा की आ, समटाइम्स फ्रूट मे बी फॉर्मड विदाउट द एक्ट ऑफ फर्टिलाइजेशन। ठीक है जी, एक्ट ऑफ फर्टिलाइजेशन मतलब फर्टिलाइजेशन तो बगैर उस प्रोसैस नूं असीं बोलते हैं दिस इज़ कॉल्ड पार्थीनोकार्पी। ठीक है जी, पार्थीनोकार्पी ये की हो सकती किहदे कारणा करके, टू रीजन हो सकते हैं। स्टिमुलस ऑफ पॉलीनेशन मतलब पॉलीनेशन नहीं होएगी विदाउट फर्टिलाइजेशन, इस करके पॉलीनेशन नहीं होनी। कोई ऐसा कारण होना जिहदे नाल फ्रूट फॉर्मेशन हो जानी है ना। उस तो बाद दूसरा कारण पार्थीनोकार्पी में भी इंड्यूस्ड बाई हारमोन्स, किसी हारमोन ना करके पार्थीनोकार्पी हो सकती है। जरूरी नहीं भी हर ही काम फर्टिलाइजेशन नाल ही होण। सो फ्रूट फॉर्मेशन जिहड़ी ओह विदाउट फर्टिलाइजेशन होवे उहनूं असीं बोलदे हां पार्थीनोकार्पी। ठीक है जी, हुण असीं इहदे विच पढ़ना हैगा बच्चे सीड। ठीक है, सीड बहुत इंपॉर्टेंट आ, इहदा तुसीं स्ट्रक्चर पहलां तां याद करना। स्ट्रक्चर बच्चे याद कर लैणे आ देखो ये हैगा साडा स्ट्रक्चर ऑफ बीन सीड जिन्होंने असीं डाइकोट नॉन एंडोस्पर्मिक सीड बोलते हैं। ठीक है, ये याद कर लेना। दैन उस तो बाद सैकेंड वन स्ट्रक्चर हैगा साडा आ देखो। ठीक है, इधे मेज ग्रेन स्ट्रक्चर ऑफ मेज ग्रेन। ठीक है, ये मोनोकॉट एंडोस्पर्मिक ग्रेन्स आ। ठीक है, जिहदे विच सीड कोट आ जांदा, एंडोस्पर्म आ जांदा ते एंड एम्ब्रीओज आ जांदा है। ठीक है, ये बच्चे तुहानूं मैं फोटो भेजूँगा, ये याद कर लेने हैं एज इट इज़ जिद्दां स्ट्रक्चर है। बहुत इंपॉर्टेंट है, कैस्टर सीड बहुत बार पूछा होया क्वेश्चन, इंपॉर्टेंट क्वेश्चन है ये। ठीक है जी, ये याद कर इधे मेज ग्रेन। ठीक है जी, ये मेज ग्रेन जिहड़ा आ ये बड़ा इंपॉर्टेंट स्ट्रक्चर आ, ये याद कर लेने। ठीक है जी, दैन इन्हां दा डिफरेंस जदों असीं मेज ग्रेन ते बीन सीड कर लिया
ਮੇਜ਼ ਗ੍ਰੇਨ ਐਂਡ ਬੀਨ ਸੀਡ ਜਦੋਂ ਸਟਰਕਚਰ ਕਰ ਲਏ ਦੈਨ ਉਹਨਾਂ ਦਾ ਡਿਫਰੈਂਸ ਜਿਹੜਾ ਹੈ ਉਹ ਤੁਸੀਂ ਆਪਣੇ ਆਪ ਕਰ ਲੈਣਾ ਹੈ। ਠੀਕ ਆ, ਇਹ ਬੱਚੇ ਤੁਹਾਡੇ ਕਰਨ ਵਾਲੇ ਟੌਪਿਕ ਆ, ਇਹ ਕਰ ਲੈਣੇ ਆ। ਅੱਗੇ ਆ ਗਿਆ ਜੀ ਸਾਡਾ ਫਰੂਟ। ਠੀਕ ਹੈ ਜੀ, ਫਰੂਟ ਤੁਹਾਨੂੰ ਪਤਾ ਹੀ ਹੈ, ਤੁਹਾਨੂੰ ਮੈਂ ਦੱਸਿਆ ਹੀ ਹੈ, ਕਹਿੰਦਾ ਫਰੂਟ ਮੇ ਬੀ ਡਿਫਾਈਨਡ ਐਜ਼ ਮੈਚਿਓਰ ਐਂਡ ਰਾਈਪਨਡ ਓਵਰੀ। ਠੀਕ ਹੈ ਜੀ, ਫਰੂਟ ਕੀ ਹੈ ਜੀ, ਰਾਈਪਨਡ ਓਵਰੀ ਆ। ਇਹ ਫਰਟੀਲਾਈਜੇਸ਼ਨਸ ਤੋਂ ਜਦੋਂ ਫਰਟੀਲਾਈਜੇਸ਼ਨ ਹੁੰਦੀ ਆ ਉਸ ਟਾਈਮ ਇਹ ਨੋਰਮਲੀ ਬਣਦੇ ਆ। ਠੀਕ ਆ, ਦੋ ਤਰ੍ਹਾਂ ਦੇ ਹੁੰਦੇ ਆ, ਟਰੂ ਹੁੰਦੇ ਆ, ਟਰੂ ਫਰੂਟ ਹੁੰਦਾ ਆ, ਅਤੇ ਦੈਨ ਫਾਲਸ ਫਰੂਟ ਹੁੰਦਾ ਆ। ਠੀਕ ਆ, ਟਰੂ ਫਰੂਟ ਕੀ ਹੁੰਦਾ, ਇਹ ਕੁਐਸਚਨ ਆ ਜਾਂਦਾ ਹੁੰਦਾ ਹੈ, ਟਰੂ ਫਰੂਟ ਕੀ ਹੁੰਦੇ ਆ। ਟਰੂ ਫਰੂਟ ਹੁੰਦੇ ਆ ਬੱਚੇ ਜਿਹੜਾ ਸਿੱਧਾ ਤੁਸੀਂ ਯਾਦ ਰੱਖਣਾ ਵੀ ਜਿਹੜਾ ਓਵਰੀ ਤੋਂ ਬਣਦਾ, ਫਲਾਵਰ ਦੀ ਓਵਰੀ ਤੋਂ ਜਿਹੜਾ ਬਣਦਾ ਨਾ ਉਹਨੂੰ ਅਸੀਂ ਬੋਲਦੇ ਹਾਂ ਟਰੂ ਫਰੂਟ। ਠੀਕ ਆ ਜੀ, ਅਤੇ ਹੁਣ ਫਲਾਵਰ ਦੇ ਤਾਂ ਹੋਰ ਵੀ ਬਹੁਤ ਸਾਰੇ ਪਾਰਟਸ ਆ, ਹੈ ਨਾ। ਹੋਰ ਕਿਹੜੇ ਕਿਹੜੇ ਪਾਰਟਸ ਆ, ਜਿੱਦਾਂ ਥੈਲਮਸ ਹੋਇਆ, ਹੈ ਨਾ, ਉਹਦਾ ਇੰਟੈਗੂਮੈਂਟਸ, ਕੁਛ ਵੀ ਐਨਦਰ ਪਾਰਟ, ਮਤਲਬ ਜੇ ਓਵਰੀ ਨੂੰ ਛੱਡ ਕੇ ਬਾਕੀ ਸਾਰੇ ਪਾਰਟ ਉਹੋ ਜਿਹੇ ਫਰੂਟ ਬਣਾਉਣ ਤਾਂ ਉਹਨੂੰ ਅਸੀਂ ਬੋਲਦੇ ਹਾਂ ਫਾਲਸ ਫਰੂਟ। ਟਰੂ ਫਰੂਟ ਕਹਿੰਦਾ ਇਜ਼ ਵਨ ਆਫ ਦ ਡਿਵੈਲਪ ਫਰੋਮ ਸਿੰਗਲ ਓਵਰੀ ਆਫ ਅ ਸਿੰਗਲ ਫਲਾਰ। ਠੀਕ ਆ ਜੀ, ਵਿਦ ਨੋ ਅਦਰ ਪਾਰਟ ਆਊਟਸਾਈਡ ਦੀ ਓਵਰੀ। ਮੈਂਗੋ ਹੋਇਆ, ਟਮੈਟੋ ਹੋਇਆ, ਇਹ ਸਾਰੇ ਕੀ ਆ, ਟਰੂ ਫਰੂਟ ਆ। ਆ ਫਰੂਟ ਇਜ਼ ਫਾਲਸ ਔਰ spurious when other floral parts also take part in formation of fruit। ਠੀਕ ਆ ਜੀ, ਯਾਦ ਰੱਖਣਾ ਇਹ ਐਪਲ ਇਜ਼ ਫਾਲਸ ਫਰੂਟ। ਇਹ ਬਹੁਤ ਵਾਰ ਬੱਚੇ ਕੁਐਸਚਨ ਆਇਆ, ਐਪਲ ਕਿਉਂ ਫਾਲਸ ਫਰੂਟ, ਕਿਉਂਕਿ ਐਪਲ ਜਿਹੜਾ ਹੈ ਉਹ ਫਲਾਵਰ ਦੇ ਓਵਰੀ ਨੂੰ ਛੱਡ ਕੇ ਕਿਸੇ ਹੋਰ ਹਿੱਸੇ ਤੋਂ ਡਿਵੈਲਪ ਹੋਇਆ, ਨੋਰਮਲੀ ਥੈਲਮਸ ਤੋਂ ਇਹ ਡਿਵੈਲਪ ਹੋਇਆ ਹੁੰਦਾ, ਇਸ ਕਰਕੇ ਇਹਨੂੰ ਅਸੀਂ ਫਾਲਸ ਫਰੂਟ ਬੋਲਦੇ ਹਾਂ। ਠੀਕ ਆ ਜੀ, ਟਰੂ ਐਂਡ ਫਾਲਸ ਫਰੂਟ। ਠੀਕ ਆ, ਇਹ ਯਾਦ ਕਰ ਲੈਣੀਆਂ, ਸਟਰਕਚਰ ਇਹਨਾਂ ਦੀਆਂ ਯਾਦ ਕਰ ਲੈਣੀਆਂ ਵਾਲੀਆਂ। ਸੋ ਲਾਸਟ ਦੇ ਬੱਚੇ ਸਾਡੇ ਦੋ ਟੌਪਿਕ ਆਏ ਸੀ। ਠੀਕ ਹੈ ਜੀ, ਇਹਦੇ ਵਿੱਚ ਕਹਿੰਦਾ ਕੀ ਆ, ਗ੍ਰਾਫੀਕਲ ਲਾਈਫ ਸਾਈਕਲ ਆਫ ਐਂਜੀਓਸਪਰਮਿਕ ਪਲਾਂਟਸ। ਗ੍ਰਾਫੀਕਲ ਲਾਈਫ ਸਾਈਕਲ ਅਸੀਂ ਪੜ੍ਹਨਾ। ਦੇਖੋ ਕੀ ਸੀਗਾ, ਸਭ ਤੋਂ ਪਹਿਲਾਂ ਅਸੀਂ ਜੇ ਦੇਖੀਏ ਪਲਾਂਟ ਸੀਗਾ ਸਾਡੇ ਕੋਲ, ਪਲਾਂਟ ਦੇ ਉੱਪਰ ਫਲਾਵਰ ਲੱਗੇ। ਠੀਕ ਆ ਜੀ, ਫਲਾਵਰ ਦੇ ਦੋ ਪਾਰਟ, ਕਾਰਪਲ ਐਂਡ ਸਟੇਮਨ। ਠੀਕ ਆ, ਇਹ ਅਸੀਂ ਡਿਵੈਲਪਮੈਂਟ ਕੀਤੀ ਸੀ, ਮੇਲ ਗੈਮੀਟੋਫਾਈਟ ਕੀਤਾ ਸੀ, ਫੀਮੇਲ ਗੈਮੀਟੋਫਾਈਟ ਕੀਤਾ ਸੀਗਾ। ਠੀਕ ਆ, ਉਹ ਕਿਸ ਤਰ੍ਹਾਂ ਬਣੇ ਸੀਗੇ, ਉਹਨਾਂ ਦੇ ਉੱਪਰ ਐਂਥਰ ਮਾਈਕਰੋਸਪੋਰੋਜੀਨੀਅਸ ਟਿਸ਼ੂ, ਮਾਈਕਰੋਸਪੋਜ਼ ਮਦਰ ਸੈੱਲ। ਠੀਕ ਆ, ਇੱਦਾਂ ਹੀ ਉਹਦੇ ਦੂਜੇ ਪਾਸੇ ਮੈਗਾਸਪੋਰ ਮਦਰ ਸੈੱਲਸ। ਠੀਕ ਆ, ਇਹ ਸਾਰਾ ਫੇਜ਼ ਸੀਗਾ ਸਾਡਾ ਸਪੋਰੋਫਿਟਿਕ, ਮਤਲਬ ਇਹ 2N ਆ। 2N ਪਤਾ ਨਾ ਤੁਹਾਨੂੰ, ਮੈਂ ਦੱਸਿਆ ਹੋਇਆ ਬਹੁਤ ਵਾਰ। ਹੁਣ ਇਸ ਤੋਂ ਬਾਅਦ ਇਹਨਾਂ ਦੀ ਰਿਡਕਸ਼ਨ ਹੋ ਜਾਣੀ, ਮਿਓਸਿਸ ਹੋਣੀ ਹੈ। ਮਿਓਸਿਸ ਤੋਂ ਬਾਅਦ ਇਹਨੇ ਆਪਣੇ ਗੈਮੀਟਸ ਬਣਾ ਦੇਣੇ, ਪੋਲਨ ਗ੍ਰੇਨਸ ਬਣ ਗਏ। ਉਸ ਤੋਂ ਬਾਅਦ ਇੱਧਰ ਫੀਮੇਲ ਗੈਮੀਟੋਫਾਈਟ ਬਣ ਗਿਆ। ਠੀਕ ਆ, ਆਪਣੇ ਆਪਣੇ ਗੈਮੀਟਸ ਬਣਨ ਤੋਂ ਬਾਅਦ ਆ ਦੇਖੋ, ਮੇਲ ਗੈਮੀਟ, ਫੀਮੇਲ ਗੈਮੀਟ, ਉਸ ਤੋਂ ਬਾਅਦ ਫਰਟੀਲਾਈਜੇਸ਼ਨ ਹੋਈ। ਫਰਟੀਲਾਈਜੇਸ਼ਨ ਤੋਂ ਬਾਅਦ ਐਨ ਸੀਗਾ, ਐਨ ਫੇਸ ਕੀ ਹੋ ਗਿਆ ਸਾਡਾ, ਗੈਮੀਟੋਫਿਟਿਕ ਫੇਸ। ਉਸ ਤੋਂ ਬਾਅਦ ਜ਼ਾਈਗੋਟ ਬਣ ਗਿਆ, ਜ਼ਾਈਗੋਟ ਫਿਰ N+N, ਫਿਰ ਕੀ ਬਣ ਗਏ 2N। ਠੀਕ ਹੈ ਜੀ, ਜ਼ਾਈਗੋਟ ਫਿਰ ਫਾਰਮੇਸ਼ਨ ਹੋਈ, ਐਂਬਰੀ ਬਣ ਗਿਆ, ਐਂਬਰੀ ਉਸ ਤੋਂ ਬਾਅਦ ਫਿਰ ਐਂਜੀਓਸਪਰਮਿਕ ਪਲਾਂਟਸ ਬਣ ਗਿਆ, ਫੁੱਲ ਲੱਗੇ, ਦੈਨ ਫਿਰ ਇਹ ਸਰਕਲ ਕੰਪਲੀਟ ਹੁੰਦਾ ਹੈ। ਠੀਕ ਹੈ ਜੀ, ਇਹ ਹੈਗਾ ਸਾਡਾ ਜੀਓਗ੍ਰਾਫੀਕਲ ਐਂਜੀਓਸਪਰਮਿਕ ਸਾਈਕਲ ਪਲਾਨ। ਠੀਕ ਹੈ ਜੀ, ਉਹ ਗ੍ਰਾਫੀਕਲ ਸਾਈਕਲ ਸੀਗਾ, ਅਤੇ ਇਹ ਹੈਗਾ ਸਾਡਾ ਡਾਇਗਰਾਮੈਟਿਕ। ਠੀਕ ਆ, ਸਿੰਪਲ ਜੀ ਗੱਲ ਆ ਦੇਖੋ, ਪੌਦਾ ਸੀ ਐਂਜੀਓਸਪਰਮਿਕ ਪਲਾਂਟਸ। ਠੀਕ ਆ, ਉਹਨੂੰ ਫੁੱਲ ਲੱਗੇ, ਫੁੱਲ ਲੱਗਣ ਤੋਂ ਬਾਅਦ ਮੇਲ ਫੀਮੇਲ ਉਹਦੇ ਉੱਪਰ ਪਾਰਟਸ ਲੱਗੇ, ਪਾਰਟਸ ਹੋਣ ਤੋਂ ਪੋਲੀਨੇਸ਼ਨ ਹੋਈ, ਪੋਲੀਨੇਸ਼ਨ ਨੇ ਉਹਦੇ ਵਿੱਚ ਫਰਟੀਲਾਈਜੇਸ਼ਨ ਕਰਵਾਈ। ਫਰਟੀਲਾਈਜੇਸ਼ਨ ਆ ਦੇਖੋ ਇੱਥੇ ਪੋਲਨ ਗ੍ਰੇਨਸ ਆਏ, ਫਰਟੀਲਾਈਜੇਸ਼ਨ ਹੋਈ। ਫਰਟੀਲਾਈਜੇਸ਼ਨ ਤੋਂ ਬਾਅਦ ਜ਼ਾਈਗੋਟ ਬਣਿਆ, ਜ਼ਾਈਗੋਟ ਤੋਂ ਬਾਅਦ ਫਿਰ ਦੁਬਾਰਾ ਦੀ ਐਂਬਰੀ ਬਣਿਆ, ਐਂਬਰੀ ਤੋਂ ਬਾਅਦ ਫਿਰ ਪਲਾਂਟ ਬਣ ਗਿਆ। ਠੀਕ ਆ, ਇਸ ਚੀਜ਼ ਨੂੰ ਅਸੀਂ ਰੀਪ੍ਰਜੈਂਟ ਕੀਤਾ ਕਾਹਦੇ ਨਾਲ, ਡਾਇਗਰਾਮੈਟਿਕ ਸੈਕਸ਼ਨ ਦੇ ਨਾਲ। ਸੋ ਕੁਐਸਚਨ ਆ ਸਕਦਾ ਡਾਇਗਰਾਮੈਟਿਕਲੀ ਐਕਸਪਲੇਨ ਕਰੋ ਐਂਜੀਓਸਪਰਮਿਕ ਪਲਾਂਟਸ ਨੂੰ, ਜਾਂ ਗ੍ਰਾਫੀਕਲੀ। ਜੇ ਗ੍ਰਾਫੀਕਲੀ ਆਇਆ ਤਾਂ ਦੂਸਰੀ ਵਾਲਾ ਕਰਨਾ ਹੈ, ਜੇ ਡਾਇਗਰਾਮੈਟਿਕਲੀ ਆਇਆ ਤਾਂ ਇਸ ਤਰ੍ਹਾਂ ਕਰਨਾ ਹੈ। ਠੀਕ ਆ ਬੱਚੇ, ਇਹ ਸੀਗਾ ਜੀ ਸਾਡਾ ਲਾਸਟ ਟੌਪਿਕ ਆਫ ਦਿਸ ਚੈਪਟਰ। ਸੋ ਸਾਡਾ ਚੈਪਟਰ ਜਿਹੜਾ ਹੈ ਉਹ ਕੰਪਲੀਟ ਆ।